ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ। ਲਾਖ 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 ਕਈ ਕੋਰੈ ਕੋ ਹੈ ਐਸੋ ਵਿਚਾਰੈ। ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੈ। ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ ਤਾਂ ਦੁਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਨਵ ਨਦ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੇ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਇ। ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੇ ਸਭੇ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਮਾ ਤੋਹਿ ਬਣ ਆਵੈ ਤੇਰੀ ਉਪਮਾ ਤੋਹਿ ਬਣ ਆਵੈ।
ਉਪਮਾ ਤੋਹਿ ਬਣ ਆਵੈ, ਤੇਰੀ ਉਪਮਾ ਤੋਹਿ ਬਣ ਆਵੈ। ਉਪਮਾ ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣ ਆਵੈ, ਤੇਰੀ ਉਪਮਾ ਤੋਹਿ ਬਣ ਆਵੈ। ਉਪਮਾ ਤੋਹਿ ਬਣ ਆਵੈ, ਤੇਰੀ ਉਪਮਾ ਤੋਹਿ ਬਣ ਆਵੈ। ਉਪਮਾ ਜੁਗ ਹੋ ਜੁਗ ਅਟਲ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਮੇਰੇ ਸਤਿਕਾਰਯੋਗ ਭੈਣ ਜੀ, ਭੈਣ ਚੰਚਲ ਦੀਪ ਕੌਰ ਜੀ ਦੇ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕੀਤਾ ਹੈ। ਆਓ ਗੁਰਮੁਖੋ, ਜਿਤਨਾ ਸਮਾਂ ਆਪ ਜੀ ਨੇ ਗੁਰਮਤਿ ਵਿਚਾਰਾਂ ਦਾ ਬਖਸ਼ਿਸ਼ ਕੀਤਾ ਹੈ, ਉਤਨੇ ਸਮੇਂ ਦੇ ਵਿੱਚ ਅੱਜ ਇਸ ਪਾਵਨ ਅਸਥਾਨ 'ਤੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਆਗਮਨ ਦਿਹਾੜਾ ਤੁਸੀਂ ਬੜੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ। ਗੁਰੂ ਅਮਰਦਾਸ ਮਹਾਰਾਜ ਜੀ ਦੀ ਜੀਵਨ ਦੇ ਵਿੱਚੋਂ ਕੁਝ ਬੋਲ ਆਪ ਸੰਗਤਾਂ ਨਾਲ ਸਾਂਝੇ ਕਰਨੇ ਨੇ। ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਥਾ ਦੀ ਆਰੰਭਤਾ ਤੋਂ ਪਹਿਲਾਂ ਮੰਗਲਾ ਚਰਨ ਦੇ ਵਿੱਚ ਮੈਂ 4 ਸ਼ਬਦ ਪੜ੍ਹੇ ਨੇ, ਆਪ ਸੰਗਤਾਂ ਨੂੰ ਸਰਵਣ ਕਰਵਾਏ ਨੇ। ਉਹ ਚਾਰੇ ਸ਼ਬਦ ਹੀ ਗੁਰੂ ਦੀ ਵਡਿਆਈ ਕਰਦੇ ਪੈਣ, ਗੁਰੂ ਦੀ ਮਹਾਨਤਾ ਦਰਸਾਉਂਦੇ ਪੈਣ। ਤੇ ਮੈਂ ਵੀ ਬੇਨਤੀ ਕਰਦਿਆਂ, ਕਿਉਂਕਿ ਤੁਸੀਂ ਹਰ ਰੋਜ਼ ਨਿਤਾ ਪ੍ਰਤੀ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਉਂਦੇ ਹੋ, ਘਰ ਵਿੱਚ ਬੈਠ ਕੇ ਵੀ ਗੁਰਬਾਣੀ ਸਰਵਣ ਕਰਦੇ ਹੋ, ਗੁਰੂ ਦਾ ਜਸ ਸਰਵਣ ਕਰਦੇ ਹੋ। ਐਤਵਾਰ ਵਾਲੇ ਦਿਨ ਉਚੇਚੀ ਤੌਰ 'ਤੇ ਗੁਰੂ ਘਰ ਦੇ ਵਿੱਚ ਬੈਠ ਕੇ, ਸੰਗਤ ਵਿੱਚ ਬੈਠ ਕੇ ਗੁਰੂ ਦਾ ਜਸ ਸਰਵਣ ਕਰਦੇ ਹੋ। ਇਹ ਬੜੀ ਵੱਡੀ ਦਾਤ ਹੈ ਜਿਹੜੀ ਸਾਡੀ ਝੋਲੀ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਪਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੱਕ ਪਰਮਾਤਮਾ ਦੀਆਂ ਵਡਿਆਈਆਂ, ਇੱਕ ਵਾਹਿਗੁਰੂ ਦਾ ਜਸ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਾਹਿਗੁਰੂ ਦੀਆਂ ਵਡਿਆਈਆਂ ਨੇ, ਪਰਮਾਤਮਾ ਦੀ ਉਸਤਤ ਹੈ, ਵਡਿਆਈ ਹੈ, ਉੱਥੇ ਨਾਲ ਨਾਲ ਗੁਰੂ ਦੀ ਵੀ ਵਡਿਆਈ ਕਰ। ਗੁਰੂ ਦੀ ਇੰਨੀ ਵਡਿਆਈ ਕੀਤੀ, ਇੰਨੀ ਵਡਿਆਈ ਕੀਤੀ ਵੀ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਨਾ, ਜਿੱਥੋਂ ਸਾਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਰੰਭ ਹੁੰਦੀ, ਸੰਪੂਰਨ ਮੂਲ ਮੰਤਰ, ਤੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 4 ਢੰਗਾਂ ਦੇ ਨਾਲ ਮੂਲ ਮੰਤਰ ਦੀ ਵਰਤੋਂ ਕੀਤੀ ਹੈ। ਇੱਕ ਸੰਪੂਰਨ ਮੂਲ ਮੰਤਰ, ਜਦੋਂ ਆਪਾਂ ਬਾਣੀ ਆਰੰਭ ਕਰਦੇ ਹਾਂ ਜਪਜੀ ਸਾਹਿਬ, ਤੇ ਸੰਪੂਰਨਤਾ ਗੁਰਪ੍ਰਸਾਦ ਤੇ ਹੋ। ਕਿਤੇ ਸਾਨੂੰ ਮੂਲ ਮੰਤਰ ਦੇ ਇੰਨੇ ਕੁ ਵੀ ਦਰਸ਼ਨ ਹੁੰਦੇ ਨੇ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ। ਕਿਤੇ ਸਾਨੂੰ ਮੂਲ ਮੰਤਰ ਦੇ ਇੰਨੇ ਕੁ ਵੀ ਦਰਸ਼ਨ ਹੁੰਦੇ ਨੇ, ਇੱਕ ਓੰਕਾਰ ਸਤਿਨਾਮ ਤੇ ਗੁਰਪ੍ਰਸਾਦ। ਕਿਤੇ ਸਾਨੂੰ ਇੰਨੇ ਕੁ ਵੀ ਮੂਲ ਮੰਤਰ ਦੇ ਦਰਸ਼ਨ ਹੁੰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ।
ਮੂਲ ਮੰਤਰ ਕਰਤਾ ਪੁਰਖ ਭਾਵੇਂ ਆਵੇ ਤੇ ਭਾਵੇਂ ਨਾ ਆਵੇ। ਮੂਲ ਮੰਤਰ ਦੇ ਵਿੱਚ ਭਾਵੇਂ ਨਿਰਭਉ ਤੇ ਭਾਵੇਂ ਨਿਰਭੈ ਸ਼ਬਦ ਨਾ ਆਵੇ। ਛੋਟੇ ਮੂਲ ਮੰਤਰ ਦੀ ਸਮਾਪਤੀ ਗੁਰ ਪ੍ਰਸਾਦ ਤੇ ਹੈ। ਸੰਪੂਰਨ ਮੂਲ ਮੰਤਰ ਦੀ ਸਮਾਪਤੀ ਗੁਰ ਪ੍ਰਸਾਦ ਤੇ ਹੈ। ਇਹਦਾ ਭਾਵ ਵੀ ਗੁਰੂ ਦੀ ਵਡਿਆਈ ਇੰਨੀ ਕੀਤੀ ਬੰਦਿਆ, ਹਰ ਵਕਤ ਗੁਰੂ ਦੇ ਪ੍ਰਸਾਦ ਦੀ ਤੈਨੂੰ ਲੋੜ ਪੈਣੀ। ਗੁਰੂ ਦੇ ਪ੍ਰਸਾਦ ਤੋਂ ਬਿਨਾਂ ਕਿਰਪਾ ਨਹੀਂ ਹੋਏਗੀ। ਪ੍ਰਸਾਦ ਦੇ ਅਰਥ ਨੇ ਕਿਰਪਾ, ਵਾਹਿਗੁਰੂ ਦੀ ਕਿਰਪਾ ਨਹੀਂ ਹੋਏਗੀ। ਇੰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਡਿਆਈ ਕੀਤੀ। ਤੇ ਮੈਂ ਸ਼ਬਦ ਪੜ੍ਹਿਆ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਉਹਦੇ ਵਿੱਚ ਵੀ ਮਹਾਰਾਜ ਜੀ ਨੇ ਬਚਨ ਕਹਿੰਦੇ, ਨਾਰਾਇਣ ਨਰ ਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰਿਓ ਸਿਖਾ। ਐਸੇ ਗੁਰੂ ਤੋਂ ਬਲਹਾਰ ਜਾਇਆ ਕਰ, ਐਸੇ ਗੁਰੂ ਤੋਂ ਕੁਰਬਾਨ ਜਾਇਆ ਕਰ, ਜਿਹੜਾ ਗੁਰੂ ਆਪ ਮੁਕਤ ਹੈ ਤੇ ਸੰਸਾਰ ਦੇ ਲੋਕਾਂ ਨੂੰ ਮੁਕਤ ਕਰਨ ਵਾਸਤੇ ਆਇਆ। ਅਗਲਾ ਸ਼ਬਦ ਪੜ੍ਹਿਆ ਸੀ, ਉਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਉਹ ਵੀ ਗੁਰੂ ਦੀ ਵਡਿਆਈ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ, ਭਲਿਆ ਜਦੋਂ ਵੀ ਗੁਰੂ ਘਰ ਦੇ ਵਿੱਚ ਆਉਣਾ ਹੈ, ਤੇਰੇ ਮਨ ਦੀ ਇਹੀ ਭਾਵਨਾ ਹੁੰਦੀ ਕਿ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ, ਦਾਤਿਆ ਮੇਰੀ ਸ਼ਰਧਾ ਪੂਰੀ ਹੋ ਜਾਏ, ਮੇਰੇ ਦੁੱਖ ਕੱਟੇ ਜਾਣ, ਮੇਰੇ ਘਰ ਦੇ ਵਿੱਚ ਸੁੱਖ ਆ ਜਾਏ, ਮੇਰੇ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ ਆ ਜਾਣ, ਮੇਰਾ ਜਮਾਂ ਤੋਂ ਛੁਟਕਾਰਾ ਹੋ ਜਾਏ, ਮੇਰੀ ਪਰਮਾਤਮਾ ਦੇ ਨਾਲ ਬਣ ਆਵੇ। ਉਹ ਸ਼ਬਦ ਤੁਹਾਨੂੰ ਜ਼ਬਾਨੀ ਯਾਦ, ਕਿਉਂਕਿ ਜਦੋਂ ਵੀ ਤੁਸੀਂ ਘਰਾਂ ਦੇ ਵਿੱਚ ਸਮਾਗਮ ਕਰਾਉਂਦੇ ਹੋ ਤੇ ਅਚੋਚੇ ਤੌਰ ਤੇ ਗੁਰੂ ਘਰ ਦੇ ਕੀਰਤਨੀ ਇਹ ਸ਼ਬਦ ਆਪ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਭਲਿਆ ਉਹ ਤੇਰੀ ਹਰੇਕ ਸ਼ਰਧਾ ਪੂਰੀ ਹੋ ਜਾਏਗੀ, ਤੇਰੇ ਹਰ ਇੱਕ ਦੁੱਖ ਕੱਟੇ ਜਾਣਗੇ, ਉਹ ਜਮ ਵੀ ਤੇਰੇ ਨੇੜੇ ਨਹੀਂ ਆਉਣਗੇ, 9 ਨਿਧੀਆਂ 18 ਸਿੱਧੀਆਂ ਘਰ ਵਿੱਚ ਆ ਜਾਣਗੀਆਂ, ਪਰਮਾਤਮਾ ਦੇ ਘਰ ਦੇ ਵਿੱਚ ਥਾਂ ਮਿਲ ਜਾਏਗੀ। ਪੁੱਛਿਆ, ਮਹਾਰਾਜ ਜੀ ਕਿਵੇਂ ਸਭ ਕੁਝ ਹੋਏਗਾ? ਕਹਿਣ ਲੱਗੇ, ਜੇ ਸਤਿਗੁਰੂ ਦਇਆ ਦੇ ਘਰ ਦੇ ਵਿੱਚ ਆ। ਸਤਿਗੁਰ ਹੋਏ ਦਇਆਲ। ਜਦੋਂ ਗੁਰੂ ਦਇਆ ਦੇ ਘਰ ਦੇ ਵਿੱਚ ਆਉਂਦਾ ਹੈ ਨਾ, ਉਦੋਂ ਹਰੇਕ ਮਨ ਦੀ ਆਸ ਪੂਰੀ ਹੋ ਜਾਂਦੀ। ਇਹ ਵੀ ਗੁਰੂ ਦੀ ਵਡਿਆਈ। ਇੱਕ ਹੋਰ ਸ਼ਬਦ ਮੈਂ ਪੜ੍ਹਿਆ ਸੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਉਹ ਹਰੇਕ ਗੁਰਪੁਰਬ ਤੇ ਟੁਕਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜਿੱਥੇ ਮੇਰੇ ਗੁਰੂ ਦੇ ਚਰਨ ਪੈ ਜਾਣ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ। ਜਿਹੜਾ ਮਨੁੱਖ ਮੇਰੇ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ, ਉਹ ਮਨੁੱਖ ਦਾ ਬੇੜੇ ਪਾਰ ਹੋ ਜਾਂਦੇ ਨੇ, ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਜਿਸ ਘਰ ਦੇ ਵਿੱਚ ਪਿਤਾ ਦੇ ਘਰ ਦੇ ਵਿੱਚ ਗੁਰੂ ਦਾ ਆਗਮਨ ਹੋ ਗਿਆ, ਪਿਤਾ ਧਨ ਹੋ ਜਾਂਦਾ ਹੈ। ਜਿਸ ਕੁਲ ਦੇ ਵਿੱਚ ਗੁਰੂ ਦਾ ਆਗਮਨ ਹੋ ਜੇ, ਉਹ ਕੁਲ ਧਨਤਾ ਦੇ ਯੋਗ ਹੋ ਜਾਂਦੀ। ਜਿਸ ਮਾਂ ਦੀ ਕੁੱਖ ਦੇ ਵਿੱਚ ਗੁਰੂ ਦਾ ਪ੍ਰਕਾਸ਼ ਹੋਇਆ, ਮਾਂ ਵੀ ਭਾਗਾਂ ਵਾਲੀ ਹੋ ਜਾਂਦੀ। ਇੰਨੀ ਵਡਿਆਈ ਗੁਰੂ ਦੀ, ਇੰਨੀ ਉਸਤਤ ਗੁਰੂ ਦੀ। ਇਹ ਤੇ ਮੈਂ 4 ਹੀ ਸ਼ਬਦ ਪੜ੍ਹੇ ਨੇ ਗੁਰਮੁਖ। ਕਦੀ ਤੁਸੀਂ ਘਰ ਵਿੱਚ ਸਹਿਜ ਪਾਠ ਕਰਦਿਆਂ ਧਿਆਨ ਦਿਆ ਹਜੇ, ਹਰੇਕ ਸ਼ਬਦ ਵਿੱਚ ਗੁਰੂ ਦੀ ਵਡਿਆਈ ਦਾ ਜ਼ਿਕਰ ਰਹੇਗਾ। ਹਰੇਕ ਸ਼ਬਦ ਵਿੱਚ ਤੁਸੀਂ ਸੁਖਮਣੀ ਸਾਹਿਬ ਦਾ ਜਾਪ ਕਰਦੇ ਹੋ ਨਾ, ਪਤਾ ਨਹੀਂ ਕਿੰਨਾ ਕੁ ਭਿੱਜ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਦਾ ਉਚਾਰਨ ਕੀਤਾ। ਅਸੀਂ ਕਹਿੰਦੇ ਕੀ ਦਿੱਤਾ ਸਾਨੂੰ ਗੁਰੂ ਨੇ, ਅਸੀਂ ਕਹਿੰਦੇ ਕੀ ਕੀਤਾ ਸਾਡੇ ਵਾਸਤੇ ਗੁਰੂ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਿੱਖਾ ਨਾ ਕਿਆ ਕਰ ਵੀ ਗੁਰੂ ਨੇ ਕੀ ਕੀਤਾ ਮੇਰੇ ਵਾਸਤੇ। ਕਹਿ ਲੱਗੇ, ਮੈਂ ਹੱਥ ਜੋੜ ਕੇ ਤੈਨੂੰ ਆ ਪਦਾ ਉਚਾਰਨ ਕਰਕੇ ਸੁਣਾਉਣਾ, ਕਿਤੇ ਧਿਆਨ ਦੇ ਨਾਲ ਇਹਨੂੰ ਵਾਚ ਕਰ ਲਈ, ਕਿਤੇ ਧਿਆਨ ਦੇ ਨਾਲ ਪੜ੍ਹ ਲਈ, ਕਿਤੇ ਇਹਦੇ ਅਰਥ ਪੜ੍ਹ ਲਈ, ਤੈਨੂੰ ਪਤਾ ਲੱਗ ਜਾਏਗਾ ਕਿਹੜੀ ਕਿਰਪਾ ਜਿਹੜੀ ਗੁਰੂ ਨੇ ਮੇਰੇ ਤੇ ਨਹੀਂ ਕੀਤੀ, ਕਿਹੜੀ ਦਾਤ ਜਿਹੜੀ ਗੁਰੂ ਮੇਰੀ ਝੋਲੀ ਵਿੱਚ ਨਹੀਂ ਪਾਉਂਦਾ। ਉਹ ਵੀ ਪਤਾ ਤੁਹਾਨੂੰ ਜ਼ਬਾਨੀ ਯਾਦ ਹੈ। ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵੋ ਕੋ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਹਰੇਕ ਪੰਕਤੀ ਵਿੱਚ ਗੁਰੂ ਦੀ ਦਿੱਤੀ ਹੋਈ ਦਾਤ ਦਾ ਜ਼ਿਕਰ ਕੀਤਾ। ਜਿਸ ਗੁਰੂ ਦੀ ਇੰਨੀ ਵਡਿਆਈ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕੀਤੀ, ਅੱਜ ਇਸ ਗੁਰੂ ਦਾ ਆਗਮਨ ਪੁਰਬ ਮਨਾ ਰਹੇ।
ਉਹ ਕਿਹੜੇ ਗੁਰੂ ਨੇ? ਜਿਨ੍ਹਾਂ ਨੂੰ ਅਸੀਂ ਨਿਮਾਣਿਆਂ ਦੇ ਮਾਣ ਗੁਰੂ ਕਹਿੰਦੇ, ਜਿਨ੍ਹਾਂ ਨੂੰ ਅਸੀਂ ਨਿਤਾਣਿਆਂ ਦੇ ਤਾਣ ਗੁਰੂ ਕਹਿੰਦੇ, ਜਿਨ੍ਹਾਂ ਨੂੰ ਨਿਧਿਰਿਆਂ ਦੀ ਧਿਰ ਕਹਿੰਦੇ ਆ, ਉਹ ਨੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ। ਉਹਨਾਂ ਦਾ ਆਗਮਨ ਇਸ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਆਪਾਂ ਕਵਾਂਗੇ। ਵੈਸੇ ਜੋ ਸਾਨੂੰ ਡੇਟਾ ਮਿਲੀਆਂ ਨੇ ਵਿਦਵਾਨਾਂ ਵੱਲੋਂ, 23 ਮਈ ਨੂੰ ਸਨ 1479 ਈਸਵੀ ਨੂੰ, ਇਸੇ ਦੌਰਾਨ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਏ ਭੋਏ ਦੀ ਤਲਵੰਡੀ ਤੇ ਆਏ ਨੇ। 10 ਸਾਲ ਪਹਿਲਾਂ 1469 ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ। 10 ਸਾਲ ਬਾਅਦ ਗੁਰੂ ਅਮਰਦਾਸ ਮਹਾਰਾਜ ਸਨ 1479 ਈਸਵੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ, ਜਿਸ ਪਿੰਡ ਨੂੰ ਅਸੀਂ ਕਹਿੰਦੇ ਹਾਂ ਬਾਸਰਕੇ। ਉਸ ਬਾਸਰਕੇ ਪਿੰਡ ਦੇ ਵਿੱਚ ਧਰਮਾਤਮਾ ਪੁਰਖ ਰਹਿੰਦਾ ਹੈ, ਜੋ ਹਰ ਸਾਲ ਯਾਤਰਾ ਤੇ ਜਾਂਦਾ ਹੈ। ਉਸ ਸੱਜਣ ਦਾ ਵਿਦਵਾਨਾਂ ਨੇ ਨਾਮ ਲਿਖਿਆ ਭਾਈ ਤੇਜਪਾਨ। ਉਹਦੇ ਘਰ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਧਰਮ ਸੁਪਤਨੀ, ਜਿਹਦਾ ਨਾਮ ਵਿਦਵਾਨਾਂ ਨੇ 2 ਤਰ੍ਹਾਂ ਦੇ ਨਾਲ ਲਿਖੇ। ਇੱਕ ਵਿਦਵਾਨ ਸੱਜਣ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਾਤਾ ਦਾ ਨਾਮ ਲਿਖਿਆ ਸੁਲੱਖਣੀ, ਤੇ ਇੱਕ ਵਿਦਵਾਨ ਨੇ ਮਹਾਰਾਜ ਜੀ ਦੀ ਮਾਤਾ ਦਾ ਨਾਮ ਲਿਖਿਆ ਸ਼੍ਰੀ ਲక్ష్ਮੀ ਜੀ। ਉਹਨਾਂ ਦੀ ਕੁੱਖ ਦੇ ਵਿੱਚੋਂ ਮੇਰਾ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਹੋਇਆ। ਉਹ ਬਾਸਰਕੇ ਪਿੰਡ ਜਿਹਨੂੰ ਕੋਈ ਨਹੀਂ ਸੀ ਜਾਣਦਾ, ਅੱਜ ਉਸ ਗੁਰੂ ਦੇ ਚਰਨ ਪੈ ਗਏ ਨੇ। ਉਹ ਬਾਸਰਕੇ ਪਿੰਡ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋ ਗਏ, ਕਿਉਂਕਿ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਹੁੰਦਾ ਹੈ। ਤੇ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਹੁੰਦਾ, ਉੱਥੇ ਪਿਤਾ ਦਾ ਨਾਮ ਜ਼ਰੂਰ ਦਾ ਜ਼ਿਕਰ ਹੁੰਦਾ ਹੈ, ਉੱਥੇ ਮਾਤਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਉੱਥੇ ਕੁੱਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਤੇ ਜਿੱਥੇ ਗੁਰੂ ਨਾਨਕ ਦਾ ਸਿੱਖ ਬੈਠਾ ਹੈ, ਉੱਥੇ ਗੁਰੂ ਦੇ ਪਿੰਡ ਦਾ ਵੀ ਜ਼ਿਕਰ ਜ਼ਰੂਰ ਹੁੰਦਾ ਹੈ। ਅੱਜ ਪਿੰਡ ਬਾਸਰਕੇ ਦੇ ਵਿੱਚ ਉਸ ਵਾਹਿਗੁਰੂ ਦੀਆਂ ਰਹਿਮਤਾਂ ਦੇ ਨਾਲ ਭਰਪੂਰ ਗੁਰੂ ਅਮਰਦਾਸ ਮਹਾਰਾਜ ਜੀ ਆਏ। ਸਾਡੇ ਸਿੱਖ ਵਿਦਵਾਨਾਂ ਨੇ 3 ਹਿੱਸਿਆਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਨੂੰ ਬਿਆਨ ਕੀਤਾ। ਜ਼ਿੰਦਗੀ ਦੇ ਪਹਿਲੇ 60 ਸਾਲ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਿਕਲੇ ਨੇ, ਉਹ ਹਰ ਸਾਲ ਯਾਤਰਾ ਤੇ ਜਾਂਦਿਆਂ ਨਿਕਲੇ, ਗੰਗਾ ਇਸ਼ਨਾਨ ਕਰਦਿਆਂ ਨਿਕਲੇ ਨੇ। ਵਿਦਵਾਨ ਸੱਜਣ ਲਿਖਦੇ ਨੇ, ਇਹਨਾਂ ਸਮਿਆਂ ਦੇ ਦੌਰਾਨ 19 ਵਾਰੀ ਮਹਾਰਾਜ ਜੀ ਗਏ ਨੇ ਹਰਿਦੁਆਰ ਯਾਤਰਾ ਗੰਗਾ ਇਸ਼ਨਾਨ ਕਰਨ ਵਾਸਤੇ। ਧਰਮਾਤਮਾ ਪੁਰਖ ਨੇ ਜੀ, ਉਹ ਗੱਲ ਵੱਖਰੀ, ਉਹਨਾਂ ਦੇ ਧਰਮ ਦਾ ਅਕੀਦਾ ਕੁਝ ਹੋਰ ਸੀ। ਜਿਸ ਵੇਲੇ ਮਹਾਰਾਜ ਜੀ 19ਵੀਂ ਵਾਰੀ ਇਸ਼ਨਾਨ ਕਰਕੇ ਯਾਤਰਾ ਕਰਕੇ ਵਾਪਸ ਆਏ ਨੇ ਨਾ, ਤੇ ਮੈਂ ਉਹਨਾਂ ਦੇ ਜੀਵਨ ਵਿੱਚੋਂ ਨਾਲ ਦੀ ਨਾਲ ਛੋਟੀਆਂ ਛੋਟੀਆਂ ਘਟਨਾਵਾਂ ਜੋ ਵਾਪਰੀਆਂ ਨੇ, ਮੈਂ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਆਪ ਸੰਗਤਾਂ ਨਾਲ ਸਾਂਝੀਆਂ ਕਰਾਂ। ਜਦੋਂ ਯਾਤਰਾ ਕਰਕੇ ਵਾਪਸ ਆਏ ਨੇ, ਤੇ ਰਸਤੇ ਦੇ ਵਿੱਚ ਇੱਕ ਟਿਕਾਣਾ ਸੀ ਪਿੰਡ ਮੇੜੇ ਦੇ ਵਿੱਚ, ਇੱਕ ਧਰਮਸ਼ਾਲਾ ਬਣਾਈ ਸੀ ਪੰਡਤ ਦੁਰਗਾਦਾਸ ਜੀ ਨੇ। ਉਸ ਪੰਡਤ ਦੁਰਗਾਦਾਸ ਦੇ ਘਰ ਦੇ ਵਿੱਚ ਸਰਾਂ ਬਣੀ ਸੀ। ਜਿਹੜੇ ਵੀ ਲੋਕ ਯਾਤਰਾ ਤੇ ਜਾਂਦੇ ਸਨ, ਜਾਣ ਲੱਗੇ ਵੀ ਰਾਤ ਕੱਢਦੇ ਸਨ, ਆਉਣ ਲੱਗੇ ਵੀ ਰਾਤ ਕੱਢਦੇ ਸਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਜਾਣਾ, ਜਾਣ ਲੱਗਿਆਂ ਵੀ ਰਾਤ ਰੁਕਣਾ, ਆਉਣ ਲੱਗਿਆਂ ਵੀ ਰਾਤ। ਅੱਜ ਪਹਿਲੀ ਵਾਰੀ ਦੁਰਗਾਦਾਸ ਦੀ ਨਜ਼ਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਪਈ। ਹਜੂਰ ਦੇ ਚਰਨਾਂ ਦੇ ਵਿੱਚ ਪਦਮ ਸੀ। ਜਿਸ ਵੇਲੇ ਉਹਨੇ ਮਹਾਰਾਜ ਜੀ ਦੇ ਨੇੜੇ ਹੋ ਕੇ ਚਰਨਾਂ ਨੂੰ ਵੇਖਿਆ ਹੈ, ਉਹ ਹੈਰਾਨ ਰਹਿ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਬੈਠ ਗਿਆ, ਕਹਿਣ ਲੱਗੇ, ਪੁਰਖਾ ਮੈਨੂੰ ਪਤਾ ਤੂੰ ਹਰ ਵਾਰੇ ਮੇਰੀ ਇਸ ਸਰਾਂ ਵਿੱਚ ਰਹਿ ਕੇ ਜਾਣਾ ਹੈ, ਪਰ ਅੱਜ ਪਹਿਲੀ ਵਾਰੀ ਤੇਰੇ ਚਰਨਾਂ ਨੂੰ ਤੱਕਦਾ ਪਿਆ ਹੈ। ਕਹਿਣ ਲੱਗੇ, ਤੇਰੇ ਤੇ ਬਹੁਤ ਵੱਡੀ ਬਖਸ਼ਿਸ਼ ਹੋਣ ਵਾਲੀ। ਪੁੱਛਿਆ, ਜੀ ਕਿਹੜੀ? ਕਹਿਣ ਲੱਗੇ, ਜਾਂ ਤੇ ਭਗਤ ਬਣੋਗੇ ਜਾਂ ਸਮਰਾਟ ਬਣੋਗੇ, ਬਾਦਸ਼ਾਹ ਬਣੋਗੇ। ਗੁਰੂ ਅਮਰਦਾਸ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਪੰਡਤ ਜੀ ਹੁਣ ਤੇ ਜ਼ਿੰਦਗੀ ਦੇ 60 ਸਾਲ ਲੰਘ ਗਏ ਨੇ, ਉਹ ਪਤਾ ਨਹੀਂ ਕਿਹੜੇ ਵੇਲੇ ਰੱਬ ਦੇ ਘਰ ਦੇ ਵਿੱਚੋਂ ਸਦੜਾ ਆਉਣਾ। ਕਿਹੜੇ ਭਗਤੀ ਦੀ ਗੱਲ ਕਰਦੇ ਹੋ, ਕਿਹੜੇ ਸਮਰਾਟ ਬਾਦਸ਼ਾਹ ਦੀ ਗੱਲ ਕਰਦੇ ਹੋ, ਹੁਣ ਤੇ ਪਤਾ ਨਹੀਂ ਕਿਤਨੇ ਕੋਈ ਸਵਾਸ ਬਚੇ ਨੇ। ਉਹ ਦੁਰਗਾਦਾਸ ਪੰਡਤ ਕਹਿਣ ਲੱਗਾ, ਨਹੀਂ ਪੁਰਖਾ, ਮੈਂ ਜੋਤਿਸ਼ ਵਿਦਿਆ ਦਾ ਮਾਹਰ ਹਾਂ, ਮੇਰੀ ਜੋਤਿਸ਼ ਵਿਦਿਆ ਦੱਸਦੀ ਪਈ ਏ, ਇਹ ਝੂਠੀ ਨਹੀਂ ਹੋ ਸਕਦੀ, ਇਹ ਰਖਾਵਾਂ ਕਿਸੇ ਦਿਨ ਪ੍ਰਗਟ ਜ਼ਰੂਰ ਹੋਣ। ਮਹਾਰਾਜ ਜੀ ਨੇ ਤੁਰਨ ਲੱਗਿਆ ਕੋਈ ਧਨ ਦੌਲਤ ਕੱਢੀ ਤੇ ਕਹਿਣ ਲੱਗੇ, ਲਓ ਪੰਡਤ ਜੀ, ਤੁਸੀਂ ਹਰ ਸਾਲ ਇਸੇ ਯਾਤਰੀਆਂ ਨੂੰ ਰੱਖਦੇ ਹੋ, ਤੁਹਾਡੇ ਕੋਲ ਅਸੀਂ ਰੁਕਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਆਹ ਸਾਡੀ ਇੰਨੀ ਕੁ ਸੇਵਾ ਪ੍ਰਵਾਨ ਕਰੋ। ਹੱਥ ਜੋੜ ਕੇ ਦੁਰਗਾਦਾਸ ਪੰਡਤ ਖਲੋ ਗਿਆ, ਕਹਿਣ ਲੱਗੇ, ਪੁਰਖਾ ਲਵਾਂਗਾ ਜ਼ਰੂਰ, ਪਰ ਅੱਜ ਨਹੀਂ। ਪੁੱਛਿਆ, ਕਦੋਂ? ਕਹਿਣ ਲੱਗੇ, ਜਦੋਂ ਤੁਸੀਂ ਕਿਤੇ ਧਰਮਾਤਮਾ ਪੁਰਖ ਬਣ ਜਾਓਗੇ,
ਜਾਂ ਸਮਰਾਟ ਬਣ ਜਾਓਗੇ, ਉਦੋਂ ਮੈਂ ਆਪਣੀ ਭੇਟਾ ਮੰਗ ਕੇ ਲੈ ਲਾਂਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ ਭਾਈ, ਜ਼ਰੂਰ ਅਸੀਂ ਤਾਂ ਕਹਿਣ ਲੱਗਾ ਯਾਦ ਰੱਖਿਆ ਜੇ, ਭੁੱਲ ਨਾ ਜਾਇਆ ਜੇ। ਮਹਾਰਾਜ ਹੱਸ ਕੇ ਕਹਿਣ ਲੱਗੇ, ਨਹੀਂ ਭਾਈ, ਜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੂੰ ਕਹਿਣਾ ਪਿਆ ਹੈ ਉਸ ਤਰ੍ਹਾਂ ਭਾਣਾ ਵਾਪਰਿਆ ਤੇ ਤੇਰੇ ਕੋਲ ਆਣ ਕੇ ਤੇਰੀ ਇਮਾਨਤ ਚੁਕਾਵਾਂਗਾ। ਰਸਤੇ ਦੇ ਵਿੱਚ ਆਉਂਦਿਆਂ ਆਉਂਦਿਆਂ ਬ੍ਰਹਮਚਾਰੀ ਮਿਲਿਆ ਤੇ ਉਹਨੇ ਇਹ ਕਿਹਾ ਸੀ, ਕਹਿਣ ਲੱਗੇ, ਸਜਣਾ ਗੱਲਾਂ ਬੜੀਆਂ ਉੱਚੀਆਂ ਕਰਦਾ ਹੈ। ਕਹਿਣ ਲੱਗੇ, ਚਿਹਰੇ ਤੇ ਉੱਤੇ ਲਾਲੀ ਹੈ, ਦਾੜਾ ਵੀ ਚਿੱਟਾ ਹੋ ਗਿਆ ਹੈ। ਕਹਿਣ ਲੱਗੇ, ਜਿਸ ਰੱਬ ਦੀਆਂ ਗੱਲਾਂ ਕਰਦਾ ਹੈ ਮੈਨੂੰ ਦੱਸ ਤੇ ਸਹੀ, ਉਸ ਰੱਬ ਦਾ ਉਪਦੇਸ਼ ਕਿਹੜੇ ਗੁਰੂ ਕੋਲ ਧਾਰਨ ਕੀਤਾ ਹੈ? ਤੂੰ ਕਿਹੜੇ ਗੁਰੂ ਨੂੰ ਧਾਰਨ ਕੀਤਾ ਹੈ? ਕਿਹੜੇ ਗੁਰੂ ਦਾ ਦਿੱਤਿਆ ਹੋਇਆ ਮੰਤਰ ਜਪਦਾ ਹੈ? ਤੇ ਇਹ ਰਸਨਾ ਤੋਂ ਬਚਨ ਨਿਕਲੇ ਸੀ। ਕਹਿਣ ਲੱਗੇ, ਬ੍ਰਹਮਚਾਰੀ ਹਲੇ ਤੱਕ ਗੁਰੂ ਨਹੀਂ ਧਾਰਨ ਕੀਤਾ। ਇਹਨਾਂ ਕੋ ਉਸ ਵੇਲੇ ਖਿੱਚ ਗਿਆ ਸੀ ਬ੍ਰਹਮਚਾਰੀ। ਕਹਿਣ ਲੱਗੇ, ਜਾਏ ਪੁਰਖਾ, ਆਪਣਾ ਤੇ ਜਨਮ ਵਿਰਸਟ ਭ੍ਰਿਸ਼ਟ ਕੀਤਾ ਸੀ ਗੁਰੂ ਤੋਂ ਬਿਨਾਂ, ਅੱਜ ਤੇਰੀ ਸੰਗਤ ਕਰਕੇ ਮੇਰਾ ਵੀ ਜਨਮ ਭ੍ਰਿਸ਼ਟ ਹੋ ਗਿਆ। ਇਸ ਬੋਲ ਨੇ ਇੰਨੀ ਕੁ ਧੂ ਪਾ ਦਿੱਤੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ। ਉਸ ਦਿਨ ਵਿਦਵਾਨ ਸੱਜਣ ਕਹਿੰਦੇ ਨੇ, ਮਹਾਰਾਜ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਖੈਰ, ਮੈਂ ਕਾਹਲੀ ਦਿਨ ਥੋੜ੍ਹਾ ਜਿਹਾ ਅੱਗੇ ਚੱਲਾਂ। ਗੁਰੂ ਦਾ ਇੱਕ 3-4 ਸਾਖੀਆਂ ਮੈਂ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਕਹਿ ਲੱਗੇ, ਜਿਸ ਵੇਲੇ ਅੰਮ੍ਰਿਤ ਵੇਲੇ ਆਪਣੀ ਨੂੰਹ ਰਾਣੀ ਕੋਲੋਂ ਸ਼ਬਦ ਸੁਣਿਆ, ਉਸੇ ਵੇਲੇ ਹੱਥ ਜੋੜ ਕੇ ਬਚਨ ਕਹਿ ਸੀ, ਬੇਟਾ ਆ ਕਿਹਦੀ ਕਵਿਤਾ ਪੜ੍ਹਦੀ ਪਈ, ਕਿਹੜਾ ਕੁਲਾਮ ਪੜ੍ਹਦੀ ਪਈ ਹੈ? ਤੇ ਬੀਬਾ ਜੀ ਨੇ ਇਹ ਬਚਨ ਕਹਿ ਦਿੱਤੇ ਸੀ, ਪਿਤਾ ਜੀ ਇਹ ਮੇਰੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੈ। ਕੌਣ ਹੈ ਗੁਰੂ? ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਪੁੱਛਿਆ, ਬੇਟਾ ਕਿੱਥੇ ਹੈ ਗੁਰੂ? ਕਹਿਣ ਲੱਗੇ, ਉਹ ਤੇ ਪ੍ਰਭੂ ਪਿਆਨਾ ਕਰ ਗਏ ਨੇ, ਉਹਨਾਂ ਦੀ ਗੱਦੀ ਤੇ ਮੇਰੇ ਵਾਰਸ ਪਿਤਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਉਸੇ ਵੇਲੇ ਆਪਣੀ ਨੂੰਹ ਨਾਰੀ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਟਿਕ ਗਏ ਨੇ। ਇਹ ਇੱਕ ਹਿੱਸਾ ਮੈਂ ਬਿਆਨ ਕੀਤਾ ਹੈ। ਹੁਣ ਦੂਸਰੇ ਹਿੱਸੇ ਦੀ ਸ਼ੁਰੂਆਤ ਹੋਈ ਜੀ। ਧੰਨ ਗੁਰੂ ਅਮਰਦਾਸ ਮਹਾਰਾਜ 60 ਸਾਲ ਜ਼ਿੰਦਗੀ ਦੇ ਲੰਘ ਗਏ ਨੇ। ਅੱਜ ਉਹ ਗੁਰੂ ਮਿਲ ਗਿਆ ਹੈ ਜਿਸ ਗੁਰੂ ਦੇ ਚਰਨਾਂ ਵਿੱਚ ਕਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਝੁਕੇ ਨੇ। ਗੁਰੂ ਅੰਗਦ ਦੇਵ ਮਹਾਰਾਜ ਬਸ ਟਿਕ ਗਏ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਸੀ, ਦਾਤਿਆ ਜ਼ਿੰਦਗੀ ਦਾ ਬਹੁਤ ਹਿੱਸਾ ਲੰਘ ਗਿਆ ਹੈ, ਇਹ ਸਤਿਗੁਰੂ ਕਿਰਪਾ ਕਰੋ ਆਪਣੇ ਘਰ ਦੇ ਵਿੱਚ ਸੇਵਾ ਬਖਸ਼ ਦਿਓ। ਆਪ ਮੰਗ ਕੇ ਸੇਵਾ ਲਈ ਸੀ। ਕਿਹੜੀ ਸੇਵਾ ਲਈ ਸੀ? ਇੱਕ ਦੇ ਬਚਨ ਕਹਿ ਦਿੱਤੇ ਸੀ, ਮਹਾਰਾਜ ਤੁਸੀਂ ਅੰਮ੍ਰਿਤ ਇਸ਼ਨਾਨ ਇਸ਼ਨਾਨ ਕਰਦੇ ਹੋ, ਉਹ ਜਲ ਲਿਆਉਣ ਦੀ ਸੇਵਾ ਮੈਨੂੰ ਦੇ ਦਿਓ। ਦੂਸਰਾ ਬਚਨ ਕਹਿ ਸੀ, ਮਾਤ ਖੀਵੀ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗੇ, ਤੁਸੀਂ ਗੁਰੂ ਦੇ ਕੱਪੜੇ ਬਸਤਰ ਧੋਣ ਦੀ ਸੇਵਾ ਕਰਦੇ ਹੋ। ਕਹਿਣ ਲੱਗੇ, ਪਤਾ ਨਹੀਂ ਕਿੰਨੇ ਕੁ ਸਵਾਸ ਬਚੇ ਨੇ, ਆ ਗੁਰੂ ਦੇ ਬਸਤਰਾਂ ਦੀ ਧੋਣ ਦੀ ਸੇਵਾ ਮੈਨੂੰ ਬਖਸ਼ ਦਿਓ। ਬਸ 2 ਸੇਵਾ ਦੇ ਵਿੱਚ ਇਹ 60 ਸਾਲ ਦਾ ਬਜ਼ੁਰਗ ਖਡੂਰ ਸਾਹਿਬ ਦੀ ਧਰਤੀ ਵਿੱਚ ਮਸਤ ਹੋ ਗਿਆ। ਪੈ ਰਾਤ ਰਹਿੰਦੀ ਉੱਠਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਉਹ 4 ਕੋਹ ਦੀ ਦੂਰੀ ਤੇ ਜਾ ਕੇ ਬਿਆਸ ਦਰਿਆ ਦੇ ਵਿੱਚੋਂ ਗਾਗਰ ਭਰ ਕੇ ਲਿਆਉਂਦੇ ਨੇ। ਮੇਰੇ ਸਤਿਗੁਰਾਂ ਦੇ ਇਸ਼ਨਾਨ ਦੀ ਸੇਵਾ ਕਰਦੇ ਨੇ, ਪਰਤ ਕੇ ਬਸਤਰ ਧੋਣ ਦੀ ਸੇਵਾ ਕਰਦੇ ਨੇ, ਲੰਗਰਾਂ ਵਿੱਚ ਸੇਵਾ ਕਰਦੇ ਨੇ। ਮੁੱਕਦੀ ਗੱਲ, ਜਿਉਂ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਸੀ, ਜਿਉਂ ਗੁਰੂ ਅਮਰਦਾਸ ਮਹਾਰਾਜ ਜੀ ਉੱਠਦੇ ਸਨ, ਸੰਗਤਾਂ ਤੇ ਕੁਝ ਘੜੀਆਂ ਆਰਾਮ ਕਰ ਲੈਂਦੀਆਂ ਸਨ, ਪਰ ਇਹ 60 ਸਾਲ ਦਾ ਬਜ਼ੁਰਗ ਕਦੇ ਨਹੀਂ ਸੀ ਦੁਪਹਿਰੇ ਆਰਾਮ ਕਰ। ਸਾਰਾ ਦਿਨ ਸੇਵਾ ਵਿੱਚ। ਫਿਰ 1 ਮਹੀਨਾ ਸੇਵਾ ਨਹੀਂ ਕੀਤੀ, 1 ਸਾਲ ਸੇਵਾ ਨਹੀਂ ਕੀਤੀ। ਇਹ ਮਹਾਰਾਜ ਜੀ ਦੀ ਜ਼ਿੰਦਗੀ ਦਾ ਦੂਸਰਾ ਹਿੱਸਾ ਸੀ। ਗੁਰਮਖੋ ਕਿਸੇ ਵਿਦਵਾਨ ਦੀ ਲਿਖਤ ਪੜ੍ਹ ਕੇ ਵੇਖ ਲਓ, ਹਰੇਕ ਵਿਦਵਾਨ ਨੇ ਜ਼ਿਕਰ ਕੀਤਾ ਵੀ ਇਸ ਬਜ਼ੁਰਗ ਬਾਪੂ ਨੇ ਲਗਾਤਾਰ 12 ਵਰ੍ਹੇ ਪਾਣੀ ਢੋਇਆ। 12 ਸਾਲ ਕਹਿ ਦੇਣੇ ਬੜੇ ਸੌਖੇ ਨੇ, 1 ਸੈਕਿੰਡ ਦਾ ਸਮਾਂ ਲੱਗਾ, ਮੈਂ ਵੀ ਕਹਿ ਦਿੱਤਾ, ਤੁਸੀਂ ਸੁਣ ਲਿਆ ਹੈ। ਪਰ ਗੁਰਮਖੋ 12 ਸਾਲ ਲੰਘਦੇ ਪਤਾ ਲੱਗਦਾ ਜੀ ਕਿੰਨਾ। ਇੰਨੀ ਸੇਵਾ ਕੀਤੀ, ਇੰਨੀ ਘਾਲਣਾ ਘਾਲੀ। ਅੱਜ 12 ਸਾਲ ਦੀ ਕਮਾਈ ਤੋਂ ਬਾਅਦ ਬਜ਼ੁਰਗ ਆਉਂਦਾ ਪਿਆ ਅੰਮ੍ਰਿਤ ਵੇਲੇ ਗਾਗਰ ਲੈ ਕੇ, ਤੇ ਜਿਸ ਵੇਲੇ ਅੱਜ ਕੋਲ ਪਹੁੰਚੇ ਨੇ ਗੁਰੂ ਘਰ ਦੇ, ਤੇ 1 ਜੁਲਾਈ ਦੀ ਖੱਡੀ ਵਿੱਚ ਮਹਾਰਾਜ ਜੀ ਦਾ ਕਦਮ ਰੁਕਿਆ, ਉੱਥੇ ਡਿੱਗੇ ਨੇ, ਗਾਗਰ ਨੇ ਡਿੱਗਣ ਦਿੱਤੀ। ਵੇਖੋ ਕਦੀ ਗੁਰਮਖੋ ਏਡੀ ਕਰੜੀ ਸੇਵਾ, ਇੰਨੀ ਸੁਚੇਤਤਾ ਵਿੱਚ ਸੇਵਾ। ਸਾਡੇ ਅੱਜ ਦੇ ਵਿਦਵਾਨ ਕਹਿੰਦੇ ਨੇ, ਅੱਜ ਦਾ ਬੰਦਾ ਕਹਿੰਦਾ ਹੈ ਵੀ ਜਦੋਂ ਬੰਦੇ ਦੀ 60 ਸਾਲ ਦੀ ਉਮਰ ਹੋ ਜਾਂਦੀ ਨਾ, ਉਸ ਵੇਲੇ ਵਿਚਾਰੇ ਨੂੰ ਆਪਣਾ ਆਪ ਸੰਭਾਲਣਾ ਔਖਾ ਹੁੰਦਾ। 70 ਸਾਲ ਦੀ ਉਮਰ ਹੋ ਜਾਂਦੀ ਤੇ ਕਹਿੰਦੇ ਇਹ 70 ਕਾ ਮਤਹੀਨ ਵਿਚਾਰਾ ਬਸ ਹੁਣ ਰਹਿ ਗਿਆ। ਪਰ ਨਹੀਂ ਗੁਰਮਖੋ, ਇਹ ਪੰਕਤੀਆਂ ਨਾ
ਮਨ ਮੁਖਾਂ ਦੇ ਉੱਤੇ ਢੁਕਦਿਆਂ ਜੇ ਗੁਰਮੁਖਾਂ ਤੇ ਨਹੀਂ। ਗੁਰਮੁਖਾਂ ਬਾਰੇ ਤੇ ਮਹਾਰਾਜ ਜੀ ਨੇ ਬਾਣੀ ਵਿੱਚ ਬਿਆਨ ਕੀਤਾ ਹੈ, ਗੁਰਮੁਖ ਬੁੱਢੇ ਕਦੇ ਨਹੀਂ। ਜਿਨ੍ਹਾਂ ਦੇ ਅੰਦਰ ਗੁਰੂ ਦੀ ਸੇਵਾ ਦਾ ਚਾਅ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਸਿਮਰਨ ਦਾ ਚਾਅ ਹੈ, ਗੁਰਮੁਖ ਉਹਨਾਂ ਨੂੰ ਉਮਰ ਵੀ ਗੁਰੂ ਦੀ ਸੇਵਾ ਤੋਂ ਬੁਢੇਪਾ ਵੀ ਨਹੀਂ ਜੇ ਰੋਕ ਸਕਦਾ। ਮੁੱਕ ਦੀ ਗੱਲ 12 ਵਰ੍ਹੇ ਸੇਵਾ ਕੀਤੀ, ਅੱਜ ਜਿਸ ਵੇਲੇ ਡਿੱਗ ਪਏ ਨੇ ਉਸ ਵੇਲੇ ਮਹਾਰਾਜ ਜੀ ਦੇ ਘਰ ਦੇ ਵਿੱਚ ਆਏ ਤੇ ਸਤਿਗੁਰਾਂ ਨੇ ਇੰਨਾ ਪੁੱਛਿਆ ਸੀ, ਕਹਿਣ ਲੱਗੇ ਪੁਰਖਾ ਅੱਜ ਦੇਰੀ ਕਿਉਂ? ਹਾਲਾਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਸਭ ਕੁਝ ਜਾਣਦੇ ਨੇ। ਪੁੱਛ ਲਿਆ ਸੀ, ਕਹਿਣ ਲੱਗੇ ਅੱਜ ਇੰਨੀ ਦੇਰ ਕਿਉਂ ਕੀਤੀ ਹੈ? ਹੱਥ ਜੜ ਕੇ ਸੀ, ਕਹਿਣ ਲੱਗੇ ਸਤਿਗੁਰੂ ਕੀ ਦੱਸਾਂ, ਸਰੀਰ ਬਜ਼ੁਰਗ ਹੋ ਗਿਆ ਏ, ਝੱਖੜ ਝੁੱਲ ਰਿਹਾ ਸੀ, ਰਸਤੇ ਦੇ ਵਿੱਚ ਖੱਡੀ ਵਿੱਚ ਪੈਰ ਪੈ ਗਿਆ, ਮੈਂ ਡਿੱਗ ਪਿਆ ਸਾਂ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਪੁਰਖਾ ਬਸ ਇਸੇ ਸਮੇਂ ਦੀ ਉਡੀਕ ਵਿੱਚ ਸਾਂ, ਕਦੋਂ ਤੂੰ ਡਿੱਗੇ? ਕਹਿਣ ਲੱਗੇ ਤੈਨੂੰ ਪਤਾ ਹੈ ਫਲ ਕਦੋਂ ਡਿੱਗਦਾ ਹੈ? ਪੁੱਛਿਆ ਜੀ ਕਦੋਂ? ਕਹਿਣ ਲੱਗੇ ਜਦੋਂ ਫਲ ਪੱਕ ਜਾਂਦਾ ਹੈ ਨਾ, ਤੋੜਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਡਿੱਗ ਪੈਂਦਾ। ਕਹਿਣ ਲੱਗੇ ਅਸੀਂ ਵੇਖਦੇ ਪਏ ਸਾਂ ਕਦੋਂ ਫਲ ਪੱਕੇ, ਕਦੋਂ ਡਿੱਗੇ, ਤੇ ਅਸੀਂ ਚੁੱਕ ਕੇ ਆਪਣੀ ਗੱਦੀ ਤੇ ਬਿਠਾ ਦਈਏ। ਕਹਿਣ ਲੱਗੇ ਤੂੰ ਖੱਡੀ ਵਿੱਚ ਡਿੱਗਾ ਤੇ ਖੱਡੀ ਵਿੱਚ ਡਿੱਗਣ ਵਾਲੇ ਨੂੰ ਅਸੀਂ ਗੱਦੀ ਤੇ ਬਿਠਾਵਾਂਗੇ, ਤੂੰ ਗਾਗਰ ਨੂੰ ਇੰਨਾ ਉੱਚਾ ਚੁੱਕਿਆ ਹੈ। ਕਹਿਣ ਲੱਗੇ ਤੂੰ ਗਾਗਰ ਨੂੰ ਇੰਨਾ ਚੁੱਕਿਆ, ਅੱਜ ਮੈਂ ਤੈਨੂੰ ਇੰਨਾ ਉੱਚਾ ਚੁੱਕ ਦਾਂਗਾ, ਰਹਿੰਦੀ ਦੁਨੀਆ ਤੱਕ ਲੋਕ ਤੇਰੇ ਚਰਨਾਂ ਵਿੱਚ ਝੁਕਦੇ ਰਹਿਣ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਜ ਉਸ ਬਜ਼ੁਰਗ ਤੇ ਬਖਸ਼ਾਂ ਕੀਤੀਆਂ ਜਿਨੇ ਸੇਵਾ ਤੇ ਸਿਮਰਨ ਦੀ ਅੱਤ ਕਰ ਦਿੱਤੀ ਸੀ, ਕਮਾਲ ਕਰ ਦਿੱਤੀ ਸੀ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਜ਼ਿੰਦਗੀ ਦਾ ਦੂਸਰਾ ਹਿੱਸਾ ਸੀ। 3 ਹਿੱਸਿਆਂ ਵਿੱਚ ਇਤਿਹਾਸ ਲਿਖਿਆ। ਪਹਿਲਾਂ 60 ਸਾਲ ਹਰਿਦੁਆਰ ਯਾਤਰਾ ਤੇ, 12 ਸਾਲ ਗੁਰੂ ਦੀ ਸੇਵਾ ਕਰਦਿਆਂ ਦਾ ਹਿੱਸਾ, ਤੇ ਅੱਜ ਤੀਸਰੇ ਹਿੱਸੇ ਦੀ ਸ਼ੁਰੂਆਤ ਹੋਈ। ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਦੀਨ ਦੁਨੀਆ ਦੇ ਮਾਲਕ ਬਣੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਜ ਆਪ ਇਸ਼ਨਾਨ ਕੀਤਾ ਹੈ, ਇਸ ਬਜ਼ੁਰਗ ਦਾ ਇਸ਼ਨਾਨ ਕਰਵਾਇਆ ਹੈ, ਚਿੱਟੇ ਬਸਤਰ ਪਵਾਏ ਨੇ, ਆਪਣੇ ਸਿੱਖਾਂ ਨੂੰ ਕਹਿ ਦਿੱਤਾ ਸੀ ਮੇਰੇ ਦਰਬਾਰ ਵਿੱਚ ਲੈ ਕੇ ਆ। ਅੱਜ ਦਰਬਾਰ ਵਿੱਚ ਬਿਠਾਇਆ ਹੈ। ਆਪ ਗੁਰੂ ਅੰਗਦ ਦੇਵ ਮਹਾਰਾਜ ਜੀ ਸੰਗਤ ਵਿੱਚ ਨੇ। ਇਸ ਬਜ਼ੁਰਗ ਦੀਆਂ 3 ਪ੍ਰਕਰਮਾਂ ਕਰਕੇ ਮੇਰੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣਾ ਸੀਸ ਝੁਕਾ ਦਿੱਤਾ ਹੈ, ਮੱਥਾ ਟੇਕ ਦਿੱਤਾ ਹੈ ਤੇ ਬਚਨ ਕਹਿ ਦਿੱਤੇ ਸੀ, ਬੇਟਾ ਅੱਜ ਤੋਂ ਬਾਅਦ ਮੈਂ ਗੁਰੂ ਨਹੀਂ, ਇਹ ਸਾਡੇ ਘਰ ਦੇ ਵਿੱਚ ਪਾਣੀ ਢੋਣ ਵਾਲਾ ਗੁਰੂ। ਸਿੱਖ ਸੰਗਤਾਂ ਨੂੰ ਕਹਿ ਦਿੱਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਚਰਨਾਂ ਵਿੱਚ ਮੱਥਾ ਨਹੀਂ ਟੇਕਣਾ। ਜਿਸ ਭਾਈ ਬਾਬਾ ਅਮਰਦਾਸ ਮਹਾਰਾਜ ਨੇ ਸੇਵਾ ਕੀਤੀ ਹੈ, ਅੱਜ ਗੁਰੂ ਦੀ ਸੇਵਾ ਕਰਕੇ ਗੁਰੂ ਬਣ ਗਏ ਨੇ, ਜਿਨ੍ਹਾਂ ਨੇ ਮੇਰੀ ਕਿਰਪਾ ਲੈਣੀ ਇਸ ਬਾਬੇ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਟੇਕੋ। ਸਾਰੀਆਂ ਸੰਗਤਾਂ ਨੇ ਮੱਥਾ ਟੇਕਿਆ। ਇੰਨੀ ਦੇਰ ਨੂੰ ਜਿਸ ਝੱਲੀ ਨੇ ਬਚਨ ਕਹਿ ਦਿੱਤੇ ਸੀ ਨਾ ਉਸ ਖੱਡੀ ਵਿੱਚ ਡਿੱਗਣ ਕਰਕੇ, ਵੀ ਇਹ ਕੌਣ? ਪੁੱਛਿਆ ਸੀ ਕੌਣ ਹੈ? ਕਹਿਣ ਲੱਗੇ ਹੋਏਗਾ ਅਮਰੂ ਨਥਾਵਾਂ, ਜਿਹੜਾ ਟੁੱਕਰ ਦੀ ਖਾਤਰ ਕੁੜਮਾਂ ਦੇ ਘਰ ਦੇ ਵਿੱਚ ਪਾਣੀ ਢੋਂਦਾ ਪਿਆ। ਉਹਨੇ ਉਸ ਵੇਲੇ ਬਚਨ ਕਹੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਨ ਕਿਹਾ ਸੀ, ਉਹ ਝੱਲੀਏ ਹੁਣ ਤੇ ਨਾ ਮੈਨੂੰ ਨਥਾਵਾਂ ਕਹਿ, ਹੁਣ ਤੇ ਮੈਂ ਥਾਂ ਵਾਲਾ ਬਣ ਗਿਆ। ਹਜੂਰ ਦੀ ਰਸਨਾ ਤੋਂ ਬਚਨ ਨਿਕਲਦੀ ਦੇਰ ਸੀ, ਗੁਰਮੁਖੋ ਝੱਲੀ ਹੋ ਗਈ ਸੀ। ਉਧਰੋਂ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਉਧਰੋਂ ਉਹ ਜਲਾਇਆ ਆਪਣੀ ਜਲਾਈ ਨੂੰ ਜਿਹਦੇ ਝੱਲ ਪੈ ਗਿਆ ਸੀ, ਕੱਪੜੇ ਪਾੜ ਦਿੱਤੇ, ਵਾਰ ਖਿਲਾਰ ਦਿੱਤੇ, ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਿਆ। ਕਹਿਣ ਲੱਗਾ ਮਹਾਰਾਜ ਆ ਕਿਰਪਾ ਕਰੋ, ਮੇਰੇ ਘਰ ਵਾਲੀ ਝੱਲੀ ਹੋ ਗਈ। ਪੁੱਛਿਆ ਜੀ ਕੀ ਭਾਣਾ ਵਾਪਰਿਆ? ਕਹਿਣ ਲੱਗੇ ਤੁਹਾਡਾ ਸਿੱਖ ਸਾਡੀ ਖੱਡੀ ਵਿੱਚ ਡਿੱਗਾ ਹੈ। ਮੈਂ ਇੰਨਾ ਹੀ ਪੁੱਛਿਆ ਸੀ। ਕਹਿਣ ਲੱਗੇ ਕੌਣ ਹੈ? ਇਹਨੇ ਜ਼ਬਾਨ ਤੋਂ ਬਚਨ ਕਹਿ ਦਿੱਤਾ ਸੀ, ਹੋਰ ਕੌਣ ਹੋਏਗਾ? ਹੋਏਗਾ ਅਮਰੂ ਨਥਾਵਾਂ। ਤੇ ਕਹਿਣ ਲੱਗੇ ਤੁਹਾਡੇ ਸਿੱਖ ਨੇ ਕਹਿ ਦਿੱਤਾ ਸੀ ਚੱਲੀਏ, ਮੈਂ ਨਹੀਂ, ਹੁਣ ਤੇ ਮੈਂ ਥਾਂ ਵਾਲਾ ਬਣ ਗਿਆ ਹੈ। ਜਿਹਨੂੰ ਗੁਰੂ ਆਪਣੇ ਘਰ ਵਿੱਚ ਥਾਂ ਦੇ ਦੇ ਉਹ ਕਦੀ ਨਥਾਵਾਂ ਨਹੀਂ ਜੇ ਰਹਿੰਦਾ। ਕਹਿਣ ਲੱਗੇ ਇਹਨਾਂ ਦੇ ਬਚਨ ਕਹਿਣ ਦੀ ਦੇਰ ਸੀ, ਝੱਲੀ ਹੋ ਗਈ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਹੁਣ ਕੀ ਕਰੀਏ? ਕਹਿਣ ਲੱਗੇ ਕਿਰਪਾ ਕਰੋ। ਕਹਿਣ ਲੱਗੇ ਹੁਣ ਮੈਂ ਨਹੀਂ ਕਿਰਪਾ ਕਰਨੀ, ਜਿਸ ਸਿੱਖ ਨੇ ਰਸਨਾ ਤੋਂ ਝੱਲੀ ਕਿਹਾ ਸੀ ਉਹਦੇ ਚਰਨਾਂ ਵਿੱਚ ਝੁਕਾ ਦੇ, ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਇਹਦਾ ਝੱਲ ਖਤਮ ਹੋਏਗਾ। ਇਹ ਪਹਿਲੀ ਬਖਸ਼ਿਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਪਰ ਵਾਪਰੀ ਸੀ। ਗੁਰਮੁਖੋ ਪਰਤ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਰਹਿਮਤਾਂ ਵਰਤਾਈਆਂ। ਮੇਰੇ ਇਤਿਹਾਸ ਲਿਖਦਿਆਂ ਵੀਰਾਂ ਨੇ ਜ਼ਿਕਰ ਕੀਤਾ ਹੈ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾ ਹਿਰਦਾ ਬਹੁਤ ਕੋਮਲ ਸੀ। ਪੁੱਛਿਆ ਜੀ ਕਿੰਨਾ ਕੁ ਕੋਮਲ ਸੀ? ਤੇ ਇੱਕ ਵਿਦਵਾਨ ਲਿਖਦਾ ਮੱਖਣ ਵਰਗਾ ਕੋਮਲ ਸੀ। ਮੱਖਣ ਬੜਾ ਕੋਮਲ ਹੁੰਦਾ ਹੈ ਨਾ, ਸੌਫਟ।
ਤੇ ਦੂਸਰਾ ਵਿਦਵਾਨ ਸਿੰਘ ਕਹਿੰਦਾ ਨਹੀਂ ਉਹ ਸੱਜਣਾ, ਮੇਰੇ ਗੁਰੂ ਦਾ ਹਿਰਦਾ ਮੱਖਣ ਵਰਗਾ ਕੋਮਲ ਨਹੀਂ, ਮੱਖਣ ਨਾਲੋਂ ਵੀ ਕੋਮਲ ਏ। ਪੁੱਛਿਆ ਜੀ ਉਹ ਕਿਵੇਂ? ਕਹਿਣ ਲੱਗੇ ਮੱਖਣ ਕੋਮਲ ਏ, ਕੋਈ ਇਹਦੇ ਵਿੱਚ ਸ਼ੱਕ ਨਹੀਂ, ਪਰ ਮੱਖਣ ਤਾਂ ਪਿਘਲਦਾ ਜੇ ਮੱਖਣ ਦੇ ਥੱਲੇ ਅੱਗ ਲਾਈ ਹੋਵੇ ਤਾਂ ਮੱਖਣ ਪਿਘਲਦਾ। ਕਹਿਣ ਲੱਗੇ ਮੇਰੇ ਗੁਰੂ ਦਾ ਹਿਰਦਾ ਤੇ ਮੱਖਣ ਨਾਲੋਂ ਵੀ ਕੋਮਲ ਏ। ਅੱਗ ਕਿਸੇ ਦੇ ਘਰ ਦੇ ਵਿੱਚ ਲੱਗੀ ਹੋਵੇ, ਦੁੱਖ ਕਿਸੇ ਨੂੰ ਹੁੰਦਾ ਹੋਵੇ, ਤੇ ਮੇਰੇ ਗੁਰੂ ਦਾ ਹਿਰਦਾ ਉਹਦਾ ਦੁੱਖ ਵੇਖ ਕੇ ਪਿਘਲ ਜਾਂਦਾ। ਪੁੱਛਿਆ ਜੀ ਕਿਵੇਂ ਪਿਘਲ ਜਾਂਦਾ ਹੈ? ਤੇ ਸਾਡੇ ਸਿੱਖ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲਾ ਸੀ, ਇੱਕ ਘਰ ਦੇ ਵਿੱਚ ਬਜ਼ੁਰਗ ਮਾਈ ਦੇ ਰੋਣ ਦੀਆਂ ਆਵਾਜ਼ਾਂ ਆਈਆਂ। ਵੇਖੋ ਜਿਸ ਗੁਰੂ ਦਾ ਅੱਜ ਪੁਰਬ ਮਨਾ ਰਹੇ ਹਾਂ, ਕਿੰਨਾ ਕੁ ਹਿਰਦਾ ਕੋਮਲ ਹੈ। ਅੱਜ ਸੰਸਾਰ ਤਰਾ ਕਰਦਾ ਪਿਆ ਜੀ ਬਿਮਾਰੀ ਨਾਲ। ਜੇ ਸੰਸਾਰ ਦੇ ਦੁੱਖ ਨੂੰ ਕਿਸੇ ਨੇ ਨੇੜੇ ਹੋ ਕੇ ਤੱਕਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੱਕਿਆ। ਕਹਿਣ ਲੱਗੇ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ, ਇਸ ਮਾਈ ਦੀਆਂ ਚੀਕਾਂ ਮਹਾਰਾਜ ਜੀ ਦੇ ਕੰਨੇ ਪਈਆਂ, ਮਾਈ ਦੇ ਰੋਣ ਦੀ ਆਵਾਜ਼ ਆਈ, ਤੇ ਕੋਲ ਖਲੋਤੇ ਸੀ ਭਾਈ ਬੱਲੂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖ। ਮਹਾਰਾਜ ਜੀ ਨੇ ਇੰਨਾ ਹੀ ਕਿਹਾ ਸੀ, ਭਾਈ ਬੱਲੂ ਉਹ ਅੰਮ੍ਰਿਤ ਵੇਲੇ ਤੇ ਪ੍ਰਮਾਤਮਾ ਦੀਆਂ ਵਡਿਆਈਆਂ ਕਰਨ ਦਾ ਸਮਾਂ ਹੈ, ਇਹ ਕਿਹਦੇ ਰੋਣ ਦੀ ਆਵਾਜ਼ ਆਉਂਦੀ ਹੈ, ਕੌਣ ਰੋ ਰਿਹਾ ਹੈ? ਭਾਈ ਬੱਲੂ ਜੀ ਬਾਹਰ ਆਏ ਤੇ ਗੁਰੂ ਦੇ ਦਰ ਤੇ ਇੱਕ ਬਜ਼ੁਰਗ ਮਾਈ ਰੋਂਦੀ ਪਈ ਸੀ। ਉਹਨੂੰ ਪੁੱਛਿਆ ਮਾਂ ਕੀ ਹੋ ਗਿਆ ਹੈ? ਉਹਨੇ ਬੇਨਤੀ ਕੀਤੀ ਸੀ, ਕਹਿਣ ਲੱਗੇ ਨੌਜਵਾਨ ਪੁੱਤਰ ਸੀ, ਇੱਕ ਬਜ਼ੁਰਗ ਦਾ ਮੇਰੇ ਸਹਾਰਾ ਸੀ, ਉਹ ਅਕਾਲ ਚਲਾਣਾ ਕਰ ਗਿਆ ਹੈ। ਰੋਣੀ ਪਈ ਗੁਰੂ ਦੇ ਦਰ ਤੇ ਆਣ ਕੇ। ਭਾਈ ਬੱਲੂ ਨੇ ਆਣ ਕੇ ਦੱਸਿਆ ਸੀ, ਕਹਿਣ ਲੱਗੇ ਮਹਾਰਾਜ ਬਜ਼ੁਰਗ ਮਾਈ ਗੋਇੰਦਵਾਲ ਸਾਹਿਬ ਵਿੱਚ ਰਹਿੰਦੀ ਸੀ, ਨੌਜਵਾਨ ਪੁੱਤਰ ਸੀ, ਚੜ੍ਹਾਈ ਕਰ ਗਿਆ, ਉਹਦੇ ਵਿਜੋਗ ਵਿੱਚ ਤਰਲੇ ਲੈਂਦੀ ਪਈ, ਰੋਂਦੀ ਪਈ। ਮਹਾਰਾਜ ਦੁੱਖ ਸੁਣਿਆ ਨਹੀਂ ਜਾਂਦਾ। ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦਾ ਹਿਰਦਾ ਮੱਖਣ ਨਾਲ ਕੋਮਲ, ਗੁਰਮਖੋ ਉਸੇ ਵੇਲੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ। ਕਹਿਣ ਲੱਗੇ ਦਾਤਿਆ ਅੰਮ੍ਰਿਤ ਵੇਲਾ ਹੋਇਆ ਹੈ, ਬਜ਼ੁਰਗ ਮਾਈ ਦੀਆਂ ਚੀਕਾਂ ਨਹੀਂ ਸੁਣੀਆਂ ਜਾਂਦੀਆਂ, ਕਿਰਪਾ ਕਰ ਦਿਓ। ਤੇ ਇੱਕ ਅਰਦਾਸ ਕੀਤੀ ਸੀ, ਪਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਅਰਦਾਸ ਕੀਤੀ? ਕਹਿਣ ਲੱਗੇ ਦਾਤਿਆ ਜਿੰਨੀ ਦੇਰ ਤੱਕ ਤਨ ਕਰਕੇ ਗੋਇੰਦਵਾਲ ਸਾਹਿਬ ਵਿੱਚ ਰਹਿੰਦੇ ਆ, ਅੱਜ ਤੋਂ ਬਾਅਦ ਕਿਸੇ ਮਾਈ ਦਾ ਨੌਜਵਾਨ ਪੁੱਤਰ ਨਾ ਮਰੇ। ਸਾਡੇ ਕੋਲ ਨਹੀਂ ਚੀਕਾਂ ਸੁਣੀਆਂ ਜਾਂਦੀਆਂ। ਉਹਦੇ ਪੁੱਤਰ ਨੂੰ ਵੀ ਜਿੰਦਾ ਕੀਤਾ। ਤੇ ਗੁਰਮੁਖੋ ਸਾਡੇ ਸਿੱਖ ਵਿਦਵਾਨ ਲਿਖਦੇ ਨੇ, ਜਿੰਨੀ ਦੇਰ ਤੱਕ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਘਰ ਦੇ ਵਿੱਚ ਤਨ ਕਰਕੇ ਰਹੇ ਨੇ, ਉਨੀ ਦੇਰ ਤੱਕ ਕਦੀ ਜਵਾਨ ਬੱਚੇ ਦੀ ਮੌਤ ਨਹੀਂ ਸੀ ਹੋਈ। ਇਹ ਮੇਰੇ ਗੁਰੂ ਦਾ ਹਿਰਦਾ ਜੇ ਮੱਖਣ ਨਾਲੋਂ ਵੀ ਕੋਮਲ। ਦੁੱਖ ਕਿਸੇ ਦੇ ਘਰ ਦੇ ਵਿੱਚ ਤੇ ਅਰਦਾਸਾਂ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ। ਜੇ ਜਗਤ ਦੇ ਭਲੇ ਵਾਸਤੇ ਅਰਦਾਸ ਕੀਤੀ ਹੈ ਤੇ ਉਹ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ। ਤੁਸੀਂ ਬਾਣੀ ਵਿੱਚ ਬੋਲ ਪੜ੍ਹਦੇ ਹੋ ਨਾ, ਦਾਤਿਆ ਨਹੀਂ ਵੇਖਿਆ ਜਾਂਦਾ ਸੰਸਾਰ ਦਾ ਦੁੱਖ, ਕਿਰਪਾ ਕਰਕੇ ਇਹਨੂੰ ਬਚਾ ਲਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਅਰਦਾਸ ਕੀਤੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਪ੍ਰਮਾਤਮਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਬਾਰ। ਇਹ ਹੈ ਮੇਰਾ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦਾ ਹਿਰਦਾ ਇੰਨਾ ਕੋਮਲ ਹੈ। ਸਾਡੇ ਘਰ ਦੇ ਵਿੱਚ ਦੁੱਖ ਹੋਵੇ ਤੇ ਬੰਦਾ ਤੜਫਦਾ ਹੈ, ਭੱਜਦਾ ਹੈ, ਨੱਸਦਾ ਹੈ, ਪਰ ਕਿਸੇ ਦੇ ਘਰ ਦੇ ਵਿੱਚ ਦੁੱਖ ਹੋਵੇ ਤੇ ਬੰਦੇ ਨੂੰ ਪਰਵਾਹ ਹੀ ਕੋਈ ਨਹੀਂ ਹੁੰਦੀ। ਪਰ ਗੁਰੂ ਅਮਰਦਾਸ ਮਹਾਰਾਜ ਜੀ ਉਹ ਗੁਰੂ ਨੇ ਜਿਹੜੇ ਕਿਸੇ ਦੇ ਦੁੱਖ ਨੂੰ ਵੇਖ ਕੇ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਤੁਰ ਪੈਂਦੇ। ਇਸੇ ਧਰਤੀ ਤੇ ਮਹਾਰਾਜ ਜੀ ਨੇ ਬਖਸ਼ਾ ਰਹਿਮਤਾਂ ਕੀਤੀਆਂ। ਜਿਸ ਵੇਲੇ ਬੌਲੀ ਦਾ ਕੜ ਨਹੀਂ ਸੀ ਨਾ ਟੁੱਟਦਾ, ਤੇ ਵੇਖੋ ਵਿਦਵਾਨਾਂ ਨੇ ਕਿੱਡੀਆਂ ਵੱਡੀਆਂ ਬਖਸ਼ਾਂ ਲਿਖੀਆਂ ਨੇ। ਅਕਬਰ ਬਾਦਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਸੀ, ਇੰਨਾ ਪ੍ਰਭਾਵਿਤ ਹੋਇਆ, ਇੰਨਾ ਖੁਸ਼ ਹੋਇਆ, ਦਰਸ਼ਨ ਕਰਕੇ ਪ੍ਰਸੰਨ ਹੋ ਗਿਆ, ਚਲਾ ਗਿਆ। ਕੁਝ ਸਮੇਂ ਬਾਅਦ ਉਹਨੇ ਨਾ ਆਪਣੇ ਘਰ ਦੇ ਵਿੱਚੋਂ ਅਹਿਲਕਾਰ ਭੇਜੀ। ਉਹ ਕਹਿਣ ਲੱਗਾ ਵੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰੋ ਵੀ ਚਿਤੌੜ ਦਾ ਕਿਲ੍ਹਾ ਨਹੀਂ ਮੇਰੇ ਕੋਲ ਜਿੱਤਿਆ ਜਾਂਦਾ, ਮੇਰੀਆਂ ਫੌਜਾਂ ਬਹੁਤ ਹਾਰ ਗਈਆਂ ਨੇ, ਥੱਕ ਗਈਆਂ ਨੇ, ਬਹੁਤ ਮਾਰੀਆਂ ਗਈਆਂ ਨੇ, ਇਹ ਕਿਲ੍ਹਾ ਮੇਰਾ ਫਤਿਹ ਹੋ ਜਾਏ। ਉਸ ਵੇਲੇ ਜਦੋਂ ਇਹਦੇ ਅਹਿਦੀਏ ਆਏ ਨੇ ਨਾ, ਇਹਦੇ ਉਸ ਵੇਲੇ ਅਹਿਲਕਾਰ ਆਏ ਨੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਅਕਬਰ ਬਾਦਸ਼ਾਹ ਨੇ ਬੇਨਤੀ ਕੀਤੀ ਵੀ ਕਿਲ੍ਹਾ ਜਿਹੜਾ ਹੈ ਨਾ ਉਹਦੇ ਤੇ ਮੇਰੀ ਫਤਿਹ ਹੋ ਜਾਏ, ਜਿੱਤ ਹੋ ਜਾਏ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਹੋ ਜਾਏਗੀ ਜਿੱਤ। ਪੁੱਛਿਆ ਜੀ ਕਦੋਂ? ਕਹਿਣ ਲੱਗੇ ਜਦੋਂ ਸਾਡੀ ਬੌਲੀ ਦਾ ਕੜ ਟੁੱਟੇਗਾ। ਇਹ ਖਬਰ ਅਕਬਰ ਬਾਦਸ਼ਾਹ ਕੋਲ ਪਹੁੰਚੀ ਤੇ ਅਕਬਰ ਬਾਦਸ਼ਾਹ ਕਹਿਣ ਲੱਗਾ ਵੀ ਚਲੋ ਮੈਂ ਉਡੀਕ ਕਰ ਲੈਣਾ। ਆਪਣੇ ਬੰਦਿਆਂ ਨੂੰ ਉਹਨੇ ਇੱਥੇ ਪੱਕਾ ਹੀ ਗੋਇੰਦਵਾਲ ਸਾਹਿਬ ਬਿਠਾ ਦਿੱਤਾ ਸੀ। ਕਹਿਣ ਲੱਗੇ ਵੇਖੋ ਜਾ ਕੇ ਵੀ ਕਦੋਂ ਕੜ ਟੁੱਟਦਾ ਹੈ, ਤੇ ਜਦੋਂ ਕੜ ਟੁੱਟਦਾ ਉਸ ਵੇਲੇ ਫਤਿਹ ਹੁੰਦੀ ਕਿ ਨਹੀਂ। ਬਿਲਕੁਲ ਉਹਦੇ ਬੰਦੇ ਰੋਜ਼ ਬਹਿ ਜਾਂਦੇ ਸਨ, ਬੌੜੀ ਸਾਹਿਬ ਦੀ ਸੇਵਾ ਹੁੰਦੀ ਸੀ। ਅੱਜ ਬੌੜੀ ਸਾਹਿਬ ਦਾ ਕੜ ਤੋੜਨ ਵਾਸਤੇ ਇਸੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੌਜਵਾਨ ਬੱਚਾ ਜਿਹਦਾ ਨਾਮ ਸੀ ਮਾਣਕ ਚੰਦ, ਉਹ ਗਿਆ ਹੈ। ਤੇ ਮਿਸਤਰੀਆਂ ਨੇ ਕਹਿ ਦਿੱਤਾ ਸੀ ਬੇਟਾ ਕੜ ਤੇ ਟੁੱਟ ਜਾਏਗਾ,
पर तेरा बचना औखा ही। पूछा क्यों? कह लगे जो पत्थर तोड़ेगा इन्ना पानी निकलना है, हो सकता डुब के तेरी मौत हो जाए। कह लगे गुरु की सेवा करदे मौत भी प्रमाण। ये नौजवान बच्चा हथ विच छैणी थोड़े फड़ के जिस वेले बौली का कड़ तोड़न वास्ते गया है, बौली का कड़ टुटिया, इन्नी जोर की पानी निकलिया। कह लगे बच्चा बेचारा विचे रह गया। बजुर्ग माई कोल खलोती सी, किसी ने दसिया मां वो तेरा पुत्र बौड़ी विच डुब के मर गया ही, किहदे आसरे दिन कटेंगी? भज्जी आई गुरु अमरदास महाराज जी के चरणों में सिर रख दिता। कह लगी महाराज इक्को ही बेटा सी, डुब के मर गया है बौड़ी दे विच। ते महाराज जी ने इन्ना कहा सी मां बच्चे का नाम की रखे ही? कह लगी मानक चंद। ते सतगुरु हस के कह लगे मां पत्थर डुबदे ने, कदी मानक नहीं हो डुबदे। तेरा बेटा डुबिया नहीं, अज इन्ना महान बन गया है, रहिंदी दुनिया तक जिहड़ा तेरे बच्चे की संगत करेगा वो भवजल संसार तो पार हो जाएगा। ये गुरु अमरदास महाराज जी दियां बख्शां। ते ओहदे अकबर बादशाह दे बंदियां ने यह नोट किया सी समा जिस वेले बौड़ी का कड़ टुटिया सी, उसे वेले इस अकबर बादशाह दियां फौजां की जित हो गई सी चित्तौड़ के किले ते। ये साडे गुरु अमरदास महाराज जी का इतिहास है। जिस गुरु का अज तुसीं पुरब मना रहे, जिस गुरु का आगमन मना रहे, होर किन्नियां बख्शां कीतियां ने। इसे गोविंदवाल साहब की धरती दे एक गुरु का सिख आउंदा है भाई पारो जुलका, रोज़ महाराज जी के अमृत वेले इशनान करके दे दर्शन करना आउंदा सी। ते आउंदा पता कित्थों सी? ब्यासा दरिया पार करके। अज इन्ना झक्खड़ झुलिया, इन्ना हनेर झुलिया। अज महाराज जी कहन लगे भी भाई पारो जुलका दा अज ते नांगा जरूर पै जाना है, इन्ना मीह पैंदा पिया, इन्नी हनेरी, अज किवें ब्यासा दरिया पार करके आएगा? सदके जाइए उस गुरु तो जिहड़ा आप सानू ले आउंदा है, ते सदके जाइए उस सिख तो जिहड़ा मन विच परण कर लैंदा है। कुछ भी हो जाए पर गुरु दे दर्शन करन तो बिना मुख विच कुछ नहीं पावांगे। अज भी भाई पारो जुलका अमृत वेले उठिया है, घोड़ी ते इशनान वाहिगुरू घोड़ी ते सवार होया है, ब्यासा दरिया पार करके गुरु अमरदास महाराज जी के चरणों में आ मत्था टेकिया। जिस वेले मत्था टेकिया दीवान की समाप्ति हुई, सतगुरु उठे ने घुट के सीने नाल ला के कहन लगे भाई पारो जुलका तेरे नेम तो कुर्बान, सदके जाइए प्रेम तो। कहन लगे तेरी सेवा नू तेरी भावना नू वेख के चित करदा है, अज गुरता गर्दी में तेनू सौंप दियां। हाथ जोड़ के भाई पारो जुलका कहन लगा महाराज ये नेम निभाउण वाले तुसी हो, अपने घर विच लियाउण वाले तुसी हो। कहन लगे महाराज जे किरपा दे घर दे विच आए जे, गुरता गादी तोहे सुहावे, हमको सिੱਖੀ ही बन आवे दातिया। गुरता गद्दी ते तुसी शुभ दिओ, जे मेरे ते किरपा कीती जे ये बख्शिश कर दिओ मैनू सिੱਖੀ मिल जाए, मेरे परिवार विच सिੱਖੀ रह जाए। ते गुरु अमरदास महाराज जी ने अपने सिख ते इन्ना कु त्रुठे, इन्ना कु खुश होए। कहन लगे सजना गुरता गद्दी ते नहीं लै रहा, पर एक बख्शिश तेरे ते होर कर दीए। पुछया जी केड़ी? कहन लगे अज तू साडा पुत्र नादी बनिया। दो तरह के नाल साडा संबंध है गुरु, एक असी नादी पुत्र हैं, एक बिंदी पुत्र। बिंदी पुत्र ने गुरु अमरदास महाराज जी दे बाबा मोहरी जी ते बाबा मोहन जी, सारा सिख जगत असी नादी पुत्र है। नादी दे अर्थ ने नाद, नाद दे अर्थ ने आवाज़, आवाज़ दे अर्थ ने सिੱਖਿਆ। ਜਿਹੜੇ गुरु की आवाज़ सुन के तुसी सिख बने हो, ये असी गुरु दे नादी पुत्र। महाराज कहन लगे भाई बिंदी पुत्र साढ़े दो ने, नादी पुत्र हज़ारां ने सिख। कहन लगे साडा चित करदा है इन्नी भावना रखण वालिया तेरा असी गुरु दे नाल नादी पुत्र दा संबंध ते बनिया ही है, बेदी पुत्र दा भी संबंध बना दिए, खून दा रिश्ता भी बना दिए। ते हथ जोड़ के भाई पारो जुलका कहन लगा ये प्रमाण है, गुरु घर दे नाल खून दा रिश्ता बन जे, ये कृपा कर दिओ। महाराज जी कहन लगे होने वाला समा आएगा तेरी अंश बंश दे नाल साडा इस नाद तो बाद बिंदी रिश्ता भी जुड़ जाएगा। वो बिंदी रिश्ता जुड़िया सी धन गुरु हरगोबिंद साहब महाराज जी की जिहड़ी सुमैर पत्नी सी ना मात दमोदरी जी, वो भाई पारो जुलका जी की अंश बंश दे विचों सी, खून का रिश्ता भी बन गया। गुरु अमरदास महाराज जी वो गुरु ने जिहड़े सिख की भावना वेख के अपना सब कुछ देने वास्ते तुर पैंदे। ऐसे गुरु की वडियाई विच भट्ट साहिबाना ने उस्तत करदिआं बचन कहने कन हर बूंद बसो हो रोमावल, कुसुम बसंत गनंत न आवे, रव सस किरण उदर सागर को, गंग तरांगे अंत को पावे, रुद्र ध्यान ज्ञान सतगुरु कह, कब जन भल उन्हें जो गावै,
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਦਾਤਿਆ। ਕਿਹੜੇ ਗੁਣ ਤੇਰੇ ਬਿਆਨ ਕਰਾਂ, ਕਿਵੇਂ ਤੇਰੀ ਉਪਮਾ ਕਰਾਂ। ਤੂੰ ਬੇਅੰਤ ਬਖਸ਼ਿਸ਼ਾਂ ਦੇ ਨਾਲ ਸੰਸਾਰ ਵਿੱਚ ਮਨੁੱਖਾਂ ਨੂੰ ਨਵਾਜਿਆ ਹੈ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਭੱਟ ਸਾਹਿਬਾਨ ਕਹਿੰਦੇ ਨੇ, ਸਿੱਖਾ ਜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ, ਘੱਟੋ ਘੱਟ ਉਸ ਗੁਰੂ ਦਾ ਬਣ ਜਾ, ਉਸ ਗੁਰੂ ਦੇ ਚਰਨਾਂ ਵਿੱਚ ਝੁਕ ਜਾ, ਉਸ ਗੁਰੂ ਦੀ ਬਾਣੀ ਨਾਲ ਜੁੜ ਜਾ, ਗੁਰੂ ਵਾਲਾ ਬਣ ਜਾਏਗਾ। ਤੇਰਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਾਪੇ ਮੇਲੇ ਦੇ ਮਾਂ ਵਾਕਾਂ ਅਨੁਸਾਰ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ। ਸਤਿਗੁਰੂ ਕਿਰਪਾ ਕਰਨ। ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜਪ ਲੋ। ਵਾਹਿਗੁਰੂ 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 ਜਪ ਲੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ